ਇਬਰਾਨੀਆਂ ਨੂੰ ਪੱਤਰੀ। ਇਸ ਦੇ ਲੇਖਕ ਬਾਰੇ ਅਸਪਸ਼ਟਤਾ ਹੈ। ਲੰਮੇ ਸਮੇਂ ਤੋਂ ਲੋਕ ਸੋਚ ਰਹੇ ਸਨ ਕਿ ਸ਼ਾਇਦ ਪੌਲੁਸ ਜਾਂ ਉਸਦੇ ਸਹਿਕਰਮੀ ਅਰਥਾਤ ਬਰਨਬਾਸ ਜਾਂ ਅਪਲੋਸ ਨੇ ਇਸ ਨੂੰ ਲਿਖਿਆ ਹੈ, ਪਰ ਅਸਲ ਵਿੱਚ ਸਾਨੂੰ ਇਸ ਬਾਰੇ ਪੁਖਤਾ ਜਾਣਕਾਰੀ ਨਹੀਂ ਹੈ। ਅਧਿਆਇ 2 ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਲੇਖਕ ਦਾ ਸਬੰਧ ਉਹਨਾਂ ਚੇਲਿਆਂ ਦੇ ਨਾਲ ਸੀ ਜੋ ਖੁਦ ਯਿਸੂ ਦੇ ਨਾਲ-ਨਾਲ ਰਹੇ। ਇਸ ਲਈ ਇਹ ਜਾਣਦੇ ਹਾਂ ਕਿ ਇਹ ਪੱਤਰੀ ਚੇਲਿਆਂ ਦੀ ਸਿੱਖਿਆ ਤੇ ਆਧਾਰਿਤ ਹੈ। ਅਸੀਂ ਇਹ ਵੀ ਨਹੀਂ ਜਾਣਦੇ ਕਿ ਇਹ ਪੱਤਰੀ ਕਿਸ ਨੂੰ ਲਿਖੀ ਗਈ ਅਤੇ ਉਹ ਕਿਸ ਜਗ੍ਹਾ ਰਹਿੰਦੇ ਸਨ, ਪਰ ਲੇਖਕ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਇਸ ਗੱਲ ਨੂੰ ਮੰਨਦਾ ਹੈ ਕਿ ਉਹਨਾਂ ਨੂੰ ਪੁਰਾਣੇ ਨੇਮ ਦਾ ਚੰਗਾ ਗਿਆਨ ਹੈ, ਵਿਸ਼ੇਸ਼ ਕਰਕੇ ਬਾਈਬਲ ਦੀਆਂ ਪਹਿਲੀਆਂ 5 ਕਿਤਾਬਾਂ ਅਰਥਾਤ ਤੁਰੇਤ ਦਾ। ਇਹ ਕਿ ਕਿਵੇਂ ਅਬਰਾਹਮ ਦਾ ਪਰਿਵਾਰ ਇਸਰਾਏਲੀ ਕੌਮ ਬਣੀ ਅਤੇ ਇਹ ਕਿ ਮੂਸਾ ਕਿਵੇਂ ਉਹਨਾਂ ਨੂੰ ਮਿਸਰ ਦੀ ਗੁਲਾਮੀ ਤੋਂ ਕੱਢ ਕੇ ਸਨਈ ਪਹਾੜ ਦੇ ਕੋਲ ਲੈ ਗਿਆ, ਜਿੱਥੇ ਉਹਨਾਂ ਨੇ ਤੁਰੇਤ ਪ੍ਰਾਪਤ ਕੀਤੀ ਅਤੇ ਪਰਮੇਸ਼ਵਰ ਦੇ ਨਾਲ ਨੇਮ ਬੰਨਿਆ ਅਤੇ ਤੰਬੂ ਦਾ ਨਿਰਮਾਣ ਕੀਤਾ ਜਿੱਥੇ ਜਾਜਕ ਬਲੀਦਾਨ ਚੜਾਉਂਦੇ ਸਨ, ਅਤੇ ਨਾਲ ਹੀ ਉਹ ਕਿਸ ਤਰ੍ਹਾਂ ਵਾਅਦੇ ਦੇ ਦੇਸ਼ ਨੂੰ ਜਾਂਦੇ ਹੋਏ ਉਜਾੜ ਵਿੱਚ ਭਟਕਦੇ ਰਹੇ। ਲੇਖਕ ਇਹ ਸਮਝਦਾ ਹੈ ਕਿ ਪਾਠਕ ਇਹਨਾਂ ਕਹਾਣੀਆਂ ਨੂੰ ਵਿਸਤਾਰ ਨਾਲ ਜਾਣਦੇ ਹੋਣਗੇ ਅਤੇ ਹੋ ਸਕਦਾ ਹੈ ਕਿ ਸਰੋਤੇ ਯਹੂਦੀ ਮਸੀਹੀ ਹੋਣ, ਅਤੇ ਇੱਥੋਂ ਹੀ ਪੱਤਰੀ ਦਾ ਨਾਮ ਆਉਂਦਾ ਹੈ। ਅਧਿਆਇ 10 ਤੋਂ ਸਾਨੂੰ ਸੰਕੇਤ ਵੀ ਮਿਲਦੇ ਹਨ ਕਿ ਇਹ ਕਲੀਸਿਆ ਭਾਈਚਾਰਾ ਸਤਾਅ ਦਾ ਸਾਹਮਣਾ ਕਰ ਰਿਹਾ ਸੀ ਅਤੇ ਯਿਸੂ ਨਾਲ ਜੁੜੇ ਹੋਣ ਕਾਰਨ ਉਹ ਕੈਦ ਵਿੱਚ ਵੀ ਪਾਏ ਗਏ ਸਨ। ਇਸ ਭਾਈਚਾਰੇ ਦੇ ਕੁਝ ਲੋਕ ਯਿਸੂ ਤੋਂ ਦੂਰ ਜਾ ਰਹੇ ਸਨ ਅਤੇ ਵਿਸ਼ਵਾਸ ਤਿਆਗ ਰਹੇ ਸਨ, ਅਤੇ ਇਹ ਇਸ ਪੱਤਰੀ ਦੀ ਬਣਤਰ ਅਤੇ ਉਦੇਸ਼ ਨੂੰ ਦੱਸਦਾ ਹੈ। ਸਭ ਤੋਂ ਪਹਿਲਾਂ ਸੰਖੇਪ ਵਿੱਚ ਜਾਣ ਪਛਾਣ ਹੈ, ਜਿਸ ਤੋਂ ਬਾਅਦ 4 ਭਾਗ ਹਨ ਜਿੱਥੇ ਲੇਖਕ ਇਸਰਾਏਲ ਦੇ ਇਤਿਹਾਸ ਦੇ ਪ੍ਰਮੁੱਖ ਲੋਕਾਂ ਅਤੇ ਘਟਨਾਵਾਂ ਨਾਲ ਯਿਸੂ ਦੀ ਤੁਲਨਾ ਅਤੇ ਅੰਤਰ ਨੂੰ ਵਿਖਾਉਂਦਾ ਹੈ। ਪਹਿਲਾ ਉਹ ਯਿਸੂ ਦੀ ਤੁਲਨਾ ਸਵਰਗਦੂਤਾਂ ਤੇ ਤੁਰੇਤ ਨਾਲ ਕਰਦਾ ਹੈ, ਦੂਸਰਾ ਮੂਸਾ ਤੇ ਵਾਅਦੇ ਦੇ ਦੇਸ਼ ਨਾਲ, ਤੀਸਰਾ ਜਾਜਕਾਂ ਅਤੇ ਮਲਕੇ ਸਿਦਕ ਨਾਲ, ਅਤੇ ਅੰਤ ਵਿੱਚ ਬਲੀਦਾਨ ਅਤੇ ਨੇਮ ਨਾਲ ਤੁਲਨਾ ਕਰਦਾ ਹੈ। ਅਤੇ ਇਸ ਸਾਰੇ ਵਿਰੋਧਾਭਾਸ ਵਿੱਚ ਲੇਖਕ ਦੇ 2 ਮੁੱਖ ਉਦੇਸ਼ ਹਨ। ਪਹਿਲਾ ਉਦੇਸ਼ ਕਿ ਯਿਸੂ ਨੂੰ ਸਭ ਨਾਲੋਂ ਅਤੇ ਹਰੇਕ ਗੱਲ ਵਿੱਚ ਸ੍ਰੇਸ਼ਟ ਮੰਨ ਕੇ ਉੱਚਾ ਉਠਾਉਣਾ ਹੈ ਅਤੇ ਇਹ ਦਿਖਾਉਣਾ ਹੈ ਕਿ ਯਿਸੂ ਹੀ ਸਾਡੇ ਵਿਸ਼ਵਾਸ ਅਤੇ ਭਗਤੀ ਦੇ ਯੋਗ ਹੈ। ਪਰ ਦੂਜਾ ਉਦੇਸ਼ ਇਹ ਹੈ ਕਿ ਪਾਠਕਾਂ ਨੂੰ ਸਤਾਅ ਦੇ ਬਾਵਜੂਦ ਯਿਸੂ ਦੇ ਪ੍ਰਤੀ ਵਿਸ਼ਵਾਸਯੋਗ ਬਣੇ ਰਹਿਣ ਦੀ ਚੁਣੌਤੀ ਦੇਣਾ। ਇਸ ਲਈ ਉਹ ਹਰੇਕ ਭਾਗ ਵਿੱਚ ਸਖਤ ਚੇਤਾਵਨੀ ਦਿੰਦਾ ਹੈ। ਆਓ ਹੁਣ ਅਸੀਂ ਗਹਿਰਾਈ ਵਿੱਚ ਜਾ ਕੇ ਵੇਖੀਏ ਕਿ ਇਹ ਕਿਵੇਂ ਖੁੱਲ੍ਹਦਾ ਹੈ। ਜਾਣ ਪਛਾਣ ਦਾ ਆਰੰਭਿਕ ਵਾਕ ਯਿਸੂ ਨੂੰ ਉੱਚਾ ਉਠਾਉਣ ਨਾਲ ਸ਼ੁਰੂ ਹੁੰਦਾ ਹੈ। ਪਰਮੇਸ਼ਵਰ ਨੇ ਜਿਨ ਪਿਛਲੇ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ ਸੀ, ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਆਪਣੇ ਪੁੱਤਰ ਦੇ ਰਾਹੀਂ ਗੱਲ ਕੀਤੀ। ਸੋ ਲੇਖਕ ਕਹਿੰਦਾ ਹੈ ਕਿ ਪਿਛਲੇ ਜਿਨ੍ਹਾਂ ਤਰੀਕਿਆਂ ਨਾਲ ਪਰਮੇਸ਼ਵਰ ਨੇ ਆਪਣੇ ਆਪ ਨੂੰ ਇਸਰਾਏਲ ਤੇ ਪ੍ਰਗਟ ਕੀਤਾ, ਉਹਨਾਂ ਸਭਨਾਂ ਵਿੱਚੋਂ ਯਿਸੂ ਸ੍ਰੇਸ਼ਟ ਹੈ। ਇਸ ਤੋਂ ਬਾਅਦ ਉਹ ਹੈਰਾਨੀਜਨਕ ਦਾਅਵਾ ਕਰਦਾ ਹੈ ਕਿ ਯਿਸੂ ਪਰਮੇਸ਼ਵਰ ਦੀ ਮਹਿਮਾ ਦਾ ਪ੍ਰਕਾਸ਼ ਅਤੇ ਪਰਮੇਸ਼ਵਰ ਦੇ ਸੁਭਾਅ ਦੀ ਸਟੀਕ ਛਾਪ ਹੈ। ਇਹ ਅਲੰਕਾਰ ਯਿਸੂ ਅਤੇ ਪਰਮੇਸ਼ਵਰ ਵਿਚਕਾਰ ਸਭ ਤੋਂ ਨੇੜਲੀ ਪਛਾਣ ਨੂੰ ਦਰਸਾਉਂਦੇ ਹਨ। ਜਿਸ ਤਰ੍ਹਾਂ ਸੂਰਜ ਦੇ ਲਈ ਉਸ ਦੀਆਂ ਕਿਰਨਾਂ ਹਨ, ਉਸੇ ਤਰ੍ਹਾਂ ਹੀ ਪਰਮੇਸ਼ਵਰ ਲਈ ਯਿਸੂ ਹੈ। ਜਿਸ ਤਰ੍ਹਾਂ ਮੋਹਰ ਵਾਲੀ ਅੰਗੂਠੀ ਲਈ ਛਾਪ ਹੈ, ਉਸੇ ਤਰ੍ਹਾਂ ਹੀ ਯਿਸੂ ਹੈ। ਇਸ ਲਈ ਲੇਖਕ ਦੇ ਲਈ ਯਿਸੂ ਤੋਂ ਇਲਾਵਾ ਕੋਈ ਹੋਰ ਪਰਮੇਸ਼ਵਰ ਨਹੀਂ ਹੈ। ਯਿਸੂ ਪਰਮੇਸ਼ਵਰ ਹੈ ਜੋ ਪੁੱਤਰ ਦੇ ਰੂਪ ਵਿੱਚ ਮਨੁੱਖ ਬਣਿਆ, ਅਤੇ ਫਿਰ ਯਿਸੂ ਦੀ ਮਹਾਨਤਾ ਦੇ ਵਿਸ਼ੇ ਨੂੰ ਬਾਕੀ ਦੀ ਪੱਤਰੀ ਵਿੱਚ ਦੱਸਿਆ ਗਿਆ ਹੈ। ਪਹਿਲੇ ਭਾਗ ਵਿੱਚ ਲੇਖਕ ਯਿਸੂ ਦੀ ਤੁਲਨਾ ਸਵਰਗਦੂਤਾਂ ਨਾਲ ਕਰਦਾ ਹੈ, ਜੋ ਤੁਹਾਨੂੰ ਅਜੀਬ ਲੱਗ ਸਕਦਾ ਹੈ ਕਿ ਸਵਰਗਦੂਤਾਂ ਨਾਲ ਕਿਉਂ? ਯਹੂਦੀ ਰੀਤ ਵਿੱਚ ਵਿਵਸਥਾਸਾਰ 33 ਅਧਿਆਇ ਆਇਤ 2 ਦੇ ਅਨੁਸਾਰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਰੇਤ ਅਤੇ ਪਰਮੇਸ਼ਵਰ ਦੇ ਵਚਨ ਸੈਨਾਈ ਪਹਾੜ ਤੇ ਸਵਰਗਦੂਤਾਂ ਦੁਆਰਾ ਦਿੱਤੇ ਗਏ ਸਨ, ਅਤੇ ਇਸ ਪ੍ਰਕਾਰ ਲੇਖਕ ਯਿਸੂ ਨੂੰ ਸਵਰਗਦੂਤਾਂ ਨਾਲੋਂ ਉੱਚਾ ਵਿਖਾ ਕੇ ਇਹ ਦਾਅਵਾ ਕਰ ਰਿਹਾ ਹੈ ਕਿ ਯਿਸੂ ਅਤੇ ਖੁਸ਼ਖਬਰੀ ਦਾ ਸੰਦੇਸ਼ ਪਰਮੇਸ਼ਵਰ ਦੇ ਬਚਨ ਦੇ ਪਿਛਲੇ ਸਾਰੇ ਸੰਦੇਸ਼ਵਾਹਕਾਂ ਨਾਲੋਂ ਸ੍ਰੇਸ਼ਟ ਹੈ। ਅਤੇ ਇਸ ਲਈ ਪਹਿਲੀ ਚੇਤਾਵਨੀ ਇਸੇ ਬਿੰਦੂ ਤੋਂ ਸ਼ੁਰੂ ਹੁੰਦੀ ਹੈ। ਜੇਕਰ ਇਸਰਾਏਲੀਆਂ ਨੂੰ ਸਵਰਗਦੂਤਾਂ ਦੁਆਰਾ ਦਿੱਤੀ ਗਈ ਤੁਰੇਤ ਦਾ ਪਾਲਣ ਕਰਨ ਨੂੰ ਕਿਹਾ ਗਿਆ ਸੀ, ਉਸ ਤੋਂ ਵੱਧ ਕੇ ਸਾਨੂੰ ਉਸ ਸੰਦੇਸ਼ ਤੇ ਕਿੰਨਾ ਧਿਆਨ ਦੇਣਾ ਚਾਹੀਦਾ ਹੈ ਜੋ ਪਰਮੇਸ਼ਵਰ ਦੇ ਪੁੱਤਰ ਦੁਆਰਾ ਸੁਣਾਇਆ ਗਿਆ। ਅਤੇ ਇਹ ਕੇਵਲ ਇੰਨਾ ਹੀ ਨਹੀਂ ਕਿ ਯਿਸੂ ਨੂੰ ਸਵਰਗਦੂਤਾਂ ਨਾਲੋਂ ਉੱਚਾ ਦਰਜਾ ਦਿੱਤਾ ਗਿਆ, ਇਹ ਕਿੰਨਾ ਹੀ ਧਿਆਨ ਦੇਣ ਯੋਗ ਹੈ ਕਿ ਉਸਨੇ ਆਪਣੇ ਉੱਚੇ ਦਰਜੇ ਨੂੰ ਮਨੁੱਖ ਬਣਨ ਲਈ ਤਿਆਗ ਦਿੱਤਾ ਤਾਂ ਕਿ ਉਹ ਦੁੱਖ ਉਠਾਵੇ ਅਤੇ ਮਾਰਿਆ ਜਾਵੇ। ਯਿਸੂ ਵਿੱਚ ਅਸੀਂ ਪਰਮੇਸ਼ਵਰ ਦੀ ਮਹਾਨ ਮਹਿਮਾ ਅਰਥਾਤ ਵੱਡੀ ਨਿਮਰਤਾ ਨੂੰ ਉਸ ਸਮੇਂ ਵੇਖਦੇ ਹਾਂ ਜਦੋਂ ਯਿਸੂ ਹਮਦਰਦੀ ਨਾਲ ਮਨੁੱਖਤਾ ਦੇ ਦੁਖਦਾਈ ਹਾਲਾਤਾਂ ਵਿੱਚ ਸ਼ਾਮਿਲ ਹੋ ਗਿਆ। ਅਧਿਆਇ 3 ਤੋਂ 4 ਵਿੱਚ ਲੇਖਕ ਫਿਰ ਦਾਅਵਾ ਕਰਦਾ ਹੈ ਕਿ ਯਿਸੂ ਮੂਸਾ ਤੋਂ ਸ੍ਰੇਸ਼ਟ ਹੈ, ਜਿਸ ਨੇ ਇਸਰਾਏਲੀਆਂ ਦੀ ਉਜਾੜ ਵਿੱਚ ਅਗਵਾਈ ਕੀਤੀ ਅਤੇ ਮਿਲਾਪ ਦੇ ਤੰਬੂ ਦਾ ਨਿਰਮਾਣ ਕੀਤਾ ਸੀ। ਯਿਸੂ ਵੀ ਪਰਮੇਸ਼ਵਰ ਦੇ ਲੋਕਾਂ ਦਾ ਆਗੂ ਹੈ, ਪਰ ਉਸ ਵਿੱਚ ਅਸੀਂ ਤੰਬੂ ਦੇ ਨਿਰਮਾਣਕਰਤਾ ਨੂੰ ਨਹੀਂ ਬਲਕਿ ਸਾਰੀ ਸ੍ਰਿਸ਼ਟੀ ਦੇ ਨਿਰਮਾਣਕਰਤਾ ਨੂੰ ਵੇਖਦੇ ਹਾਂ। ਇਸ ਤੋਂ ਬਾਅਦ ਲੇਖਕ ਉਸ ਕਹਾਣੀ ਨੂੰ ਦੁਹਰਾਉਂਦਾ ਹੈ ਕਿ ਕਿਸ ਤਰ੍ਹਾਂ ਇਸਰਾਏਲੀਆਂ ਨੇ ਉਜਾੜ ਵਿੱਚ ਮੂਸਾ ਦਾ ਵਿਰੋਧ ਕੀਤਾ ਅਤੇ ਉਹਨਾਂ ਨੇ ਪਰਮੇਸ਼ਵਰ ਦੁਆਰਾ ਦਿੱਤੇ ਗਏ ਆਰਾਮ ਵਿੱਚ ਪ੍ਰਵੇਸ਼ ਕਰਨ ਦਾ ਮੌਕਾ ਗਵਾ ਦਿੱਤਾ ਜੋ ਪਰਮੇਸ਼ਵਰ ਨੇ ਵਾਅਦੇ ਦੇ ਦੇਸ਼ ਵਿੱਚ ਦਿੱਤਾ ਸੀ। ਅਤੇ ਇਸ ਲਈ ਇੱਥੇ ਦੂਸਰੀ ਚੇਤਾਵਨੀ ਆਉਂਦੀ ਹੈ, ਜੇਕਰ ਯਿਸੂ ਮੂਸਾ ਤੋਂ ਮਹਾਨ ਹੈ ਤੇ ਅਸੀਂ ਉਸ ਦਾ ਵਿਰੋਧ ਕਰਦੇ ਹਾਂ
ਤਾਂ ਉਸ ਦੀ ਸਜ਼ਾ ਵੀ ਕਿੰਨੀ ਵੱਡੀ ਹੋਵੇਗੀ। ਅਸੀਂ ਵੀ ਉਜਾੜ ਵਰਗੇ ਵਾਤਾਵਰਣ ਵਿੱਚ ਹਾਂ, ਜਿੱਥੇ ਸਾਨੂੰ ਪਰਮੇਸ਼ਵਰ ਉੱਤੇ ਭਰੋਸਾ ਕਰਨਾ ਹੈ, ਕਿਉਂਕਿ ਭਵਿੱਖ ਪਰਮੇਸ਼ਵਰ ਦੀ ਨਵੀਂ ਸ੍ਰਿਸ਼ਟੀ ਤੇ ਟਿਕਿਆ ਹੋਇਆ ਹੈ। ਸੋ ਧਿਆਨ ਦਿਓ ਕਿ ਅਸੀਂ ਵੀ ਇਸ ਤਰ੍ਹਾਂ ਵਿਰੋਧ ਨਾ ਕਰੀਏ, ਜਿਸ ਤਰ੍ਹਾਂ ਇਸਰਾਏਲੀਆਂ ਨੇ ਉਜਾੜ ਵਿੱਚ ਕੀਤਾ ਸੀ ਅਤੇ ਪਰਮੇਸ਼ਵਰ ਦੀ ਕਿਰਪਾ ਨਾਲ ਦਿੱਤੀ ਗਈ ਨਵੀਂ ਸ੍ਰਿਸ਼ਟੀ ਵਿੱਚ ਪ੍ਰਵੇਸ਼ ਕਰਨ ਦੇ ਮੌਕੇ ਨੂੰ ਗਵਾ ਲਿਆ। ਅਧਿਆਇ 5 ਤੋਂ 7 ਵਿੱਚ ਲੇਖਕ ਯਿਸੂ ਦੀ ਤੁਲਨਾ ਇਸਰਾਇਲ ਦੇ ਉਹਨਾਂ ਜਾਜਕਾਂ ਨਾਲ ਕਰਦਾ ਹੈ ਜੋ ਹਰੂਨ ਦੇ ਵੰਸ਼ ਦੇ ਸਨ। ਉਹਨਾਂ ਦਾ ਕੰਮ ਪਰਮੇਸ਼ਵਰ ਦੇ ਸਾਹਮਣੇ ਇਸਰਾਇਲ ਨੂੰ ਪੇਸ਼ ਕਰਨਾ ਅਤੇ ਲੋਕਾਂ ਦੇ ਪਾਪਾਂ ਦਾ ਪ੍ਰਾਸ਼ਚਿਤ ਜਾਂ ਉਹਨਾਂ ਨੂੰ ਢੱਕਣ ਲਈ ਬਲੀਦਾਨ ਚੜਾਉਣਾ ਸੀ। ਪਰ ਉਹ ਦੱਸਦਾ ਹੈ ਕਿ ਜਾਜਕ ਖੁਦ ਨੈਤਿਕ ਤੌਰ ਤੇ ਦੋਸ਼ੀ ਸਨ ਤੇ ਇਸ ਲਈ ਉਹਨਾਂ ਨੂੰ ਵੀ ਦੂਸਰੇ ਲੋਕਾਂ ਦੇ ਪਾਪਾਂ ਦੇ ਬਲੀਦਾਨ ਚੜਾਉਣ ਦੇ ਨਾਲ ਆਪਣੇ ਲਈ ਵੀ ਬਲੀਦਾਨ ਚੜਾਉਣਾ ਪੈਂਦਾ ਸੀ। ਕੁਝ ਹੋਰ ਵੀ ਜ਼ਰੂਰੀ ਸੀ, ਇਸ ਲਈ ਉਹ ਕਹਿੰਦਾ ਹੈ ਕਿ ਕੁਝ ਹੋਰ ਜੋ ਜ਼ਰੂਰੀ ਸੀ ਉਹ ਯਿਸੂ ਹੀ ਹੈ। ਯਿਸੂ ਪ੍ਰਧਾਨ ਜਾਜਕ ਹੈ, ਪਰ ਉਹ ਹਰੂਨ ਦੇ ਵੰਸ਼ ਤੋਂ ਨਹੀਂ ਹੈ, ਬਲਕਿ ਯਿਸੂ ਮਲਕੇ-ਸਿਦਕ ਦੀ ਰੀਤੀ ਤੋਂ ਜਾਜਕ ਹੈ, ਜੋ ਪ੍ਰਾਚੀਨ ਯਰੂਸ਼ਲਮ ਦਾ ਇੱਕ ਰਹੱਸਮਈ ਜਾਜਕ ਰਾਜਾ ਸੀ ਅਤੇ ਉਹ ਅਬਰਾਹਮ ਦੀਆਂ ਕਹਾਣੀਆਂ ਵਿੱਚ ਪ੍ਰਗਟ ਹੁੰਦਾ ਹੈ। ਜ਼ਬੂਰ 110 ਵਿੱਚ ਅਸੀਂ ਇਹ ਵੀ ਵੇਖਦੇ ਹਾਂ ਕਿ ਦਾਊਦ ਦੇ ਵੰਸ਼ ਤੋਂ ਜੋ ਮਸੀਹ ਰਾਜਾ ਹੋਵੇਗਾ, ਉਹ ਮਲਕੇ-ਸਿਦਕ ਦੀ ਰੀਤੀ ਦਾ ਰਾਜਾ ਹੋਵੇਗਾ। ਇਸ ਲਈ ਲੇਖਕ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਯਿਸੂ ਹੀ ਪ੍ਰਧਾਨ ਜਾਜਕ ਰਾਜਾ ਹੈ। ਉਹ ਨੈਤਿਕ ਰੂਪ ਵਿੱਚ ਦੋਸ਼ ਰਹਿਤ ਸੀ, ਅਨੰਤ ਕਾਲ ਤੱਕ ਉਹ ਆਪਣੇ ਲੋਕਾਂ ਲਈ ਹਾਜ਼ਰ ਹੈ ਅਤੇ ਇਸ ਲਈ ਉਹ ਪਰਮੇਸ਼ਵਰ ਅਤੇ ਮਨੁੱਖਾਂ ਦੇ ਵਿੱਚ ਕਿਸੇ ਹੋਰ ਵਿਚੋਲੇ ਨਾਲੋਂ ਉੱਤਮ ਹੈ ਅਤੇ ਇਸ ਭਾਗ ਵਿੱਚ ਉਸ ਦੀ ਚੇਤਾਵਨੀ ਆਉਂਦੀ ਹੈ। ਯਿਸੂ ਨੂੰ ਰੱਦ ਕਰਨ ਦਾ ਅਰਥ ਪਰਮੇਸ਼ਵਰ ਦੇ ਨਾਲ ਪੂਰਨ ਮੇਲ ਮਿਲਾਪ ਦੇ ਇੱਕਮਾਤਰ ਅਤੇ ਉੱਤਮ ਮੌਕੇ ਦਾ ਇਨਕਾਰ ਕਰਨਾ ਹੈ। ਇਸ ਲਈ ਅਜਿਹਾ ਨਾ ਕਰੋ। ਇਹ ਸਾਨੂੰ ਅਧਿਆਇ 8 ਤੋਂ 10 ਵਿੱਚ ਲਿਖੀ ਅੰਤਿਮ ਤੁਲਨਾ ਵੱਲ ਲੈ ਜਾਂਦਾ ਹੈ। ਲੇਖਕ ਦੱਸਦਾ ਹੈ ਕਿ ਕਿਸ ਤਰ੍ਹਾਂ ਸਲੀਬ ਉੱਤੇ ਯਿਸੂ ਦੀ ਮੌਤ ਦਾ ਬਲੀਦਾਨ ਹੈਕਲ ਵਿੱਚ ਚੜਾਏ ਜਾਣ ਵਾਲੇ ਜਾਨਵਰ ਦੇ ਸਭ ਬਲੀਦਾਨਾਂ ਨਾਲੋਂ ਸ੍ਰੇਸ਼ਟ ਸੀ। ਇਹਨਾਂ ਬਲੀਦਾਨਾਂ ਦਾ ਲਗਾਤਾਰ ਚੜਾਏ ਜਾਣਾ ਹਰ ਰੋਜ਼ ਅਤੇ ਸਾਲਾਨਾ ਪ੍ਰਾਚੀਤ ਦੇ ਦਿਨ ਵੀ ਜ਼ਰੂਰੀ ਸੀ। ਯਿਸੂ ਨੇ ਆਪਣਾ ਜੀਵਨ ਇੱਕ ਹੀ ਵਾਰ ਸਭ ਲੋਕਾਂ ਲਈ ਦੇ ਦਿੱਤਾ ਅਤੇ ਇਹ ਸਾਰੇ ਜਗਤ ਦੇ ਪਾਪਾਂ ਦੇ ਲਈ ਕਾਫੀ ਸੀ ਅਤੇ ਇਸ ਲਈ ਲੇਖਕ ਪੜ੍ਹਨ ਵਾਲਿਆਂ ਨੂੰ ਚੇਤਾਵਨੀ ਦਿੰਦਾ ਹੈ ਕਿ ਉਹ ਯਿਸੂ ਤੋਂ ਦੂਰ ਨਾ ਜਾਣ। ਇਸ ਤਰ੍ਹਾਂ ਹੋਵੇਗਾ ਮੰਨੋ ਅਸੀਂ ਪਰਮੇਸ਼ਵਰ ਦੀ ਕਿਰਪਾ ਤੋਂ ਪ੍ਰਾਪਤ ਉਸ ਮਾਫੀ ਤੋਂ ਮੂੰਹ ਫੇਰ ਰਹੇ ਹਾਂ। ਤੁਸੀਂ ਇਸ ਤਰ੍ਹਾਂ ਕਿਉਂ ਕਰੋਗੇ? ਉਹ ਕਹਿੰਦਾ ਹੈ ਯਿਸੂ ਦਾ ਬਲੀਦਾਨ ਸਥਿਰ ਹੈ ਅਤੇ ਇਹ ਨਬੀਆਂ ਦੁਆਰਾ ਦੱਸੀ ਗਈ ਇਹ ਉਸ ਨਵੇਂ ਨੇਮ ਦੀ ਨੀਂਹ ਹੈ ਜਿਸ ਵਿੱਚ ਸਭ ਦੇ ਪਾਪ ਮਾਫ ਹੁੰਦੇ ਹਨ। ਹੁਣ ਜਦੋਂ ਕਿ ਲੇਖਕ ਨੇ ਇਹਨਾਂ ਸਭ ਤੁਲਨਾ ਦੇ ਦੁਆਰਾ ਯਿਸੂ ਨੂੰ ਉੱਚਾ ਉਠਾਇਆ ਹੈ ਤਾਂ ਅੰਤਿਮ ਭਾਗ ਯਿਸੂ ਦੇ ਪਿੱਛੇ ਚੱਲਣਾ ਇੱਕ ਵੱਡੀ ਚੁਣੌਤੀ ਹੈ। ਸੋ ਇਸ ਲਈ ਵੱਡੀ ਤਸਵੀਰ ਬਾਰੇ ਸੋਚੋ। ਯਿਸੂ ਵਿੱਚ ਉਹਨਾਂ ਨੇ ਪਰਮੇਸ਼ਵਰ ਦਾ ਸਿੱਧ ਬਚਨ ਪਾਇਆ। ਯਿਸੂ ਵਿੱਚ ਉਹਨਾਂ ਕੋਲ ਨਵੀਂ ਸ੍ਰਿਸ਼ਟੀ ਦੀ ਆਸ ਹੈ। ਯਿਸੂ ਉਹਨਾਂ ਦਾ ਸਦੀਪਕ ਜਾਜਕ ਹੈ, ਉਹੀ ਦੋਸ਼ ਰਹਿਤ ਬਲੀਦਾਨ ਹੈ। ਸੋ ਇਸ ਲਈ ਉਹਨਾਂ ਨੂੰ ਵਿਸ਼ਵਾਸ ਦੇ ਉਹਨਾਂ ਆਦਰਸ਼ਾਂ ਦੇ ਪਿੱਛੇ ਚੱਲਣਾ ਚਾਹੀਦਾ ਹੈ ਜਿਨ੍ਹਾਂ ਦੀ ਕਹਾਣੀ ਅਸੀਂ ਬਾਈਬਲ ਵਿੱਚ ਵੇਖਦੇ ਹਾਂ। ਉਹਨਾਂ ਨੂੰ ਯਿਸੂ ਵਿੱਚ ਵਿਸ਼ਵਾਸਯੋਗ ਰਹਿਣਾ ਚਾਹੀਦਾ ਹੈ, ਇਹ ਭਰੋਸਾ ਰੱਖਦੇ ਹੋਏ ਕਿ ਭਾਵੇਂ ਕਿੰਨੇ ਵੀ ਦੁੱਖ ਅਤੇ ਸਤਾਅ ਹੋਣ, ਪਰਮੇਸ਼ਵਰ ਆਪਣੇ ਲੋਕਾਂ ਦਾ ਤਿਆਗ ਨਹੀਂ ਕਰੇਗਾ। ਇਹ ਪੂਰੀ ਪੱਤਰੀ ਦਾ ਮੂਲ ਪ੍ਰਭਾਵ ਹੈ। ਇਸ ਨੂੰ ਲੇਖਕ ਠੀਕ ਅੰਤ ਵਿੱਚ ਸੰਖੇਪ ਨਸੀਹਤ ਦੇ ਸ਼ਬਦ ਨਾਲ ਕਰਦਾ ਹੈ। ਇਸ ਪੱਤਰੀ ਨੂੰ ਪੜ੍ਹਨ ਲਈ ਇੱਥੇ ਕੁਝ ਹੋਰ ਸਲਾਹ ਦਿੱਤੀ ਗਈ ਹੈ। ਜਦੋਂ ਕਦੀ ਲੇਖਕ ਪੁਰਾਣੇ ਨੇਮ ਦੇ ਵਚਨਾਂ ਦਾ ਉਲੇਖ ਕਰਦਾ ਹੈ ਜੋ ਬਾਰ-ਬਾਰ ਆਉਂਦੇ ਹਨ, ਤਾਂ ਜਰਾ ਰੁਕ ਜਾਓ ਅਤੇ ਪੁਰਾਣੇ ਨੇਮ ਦੇ ਹਵਾਲੇ ਵਿੱਚ ਜਾਓ ਅਤੇ ਉਸ ਲੇਖ ਨੂੰ ਉਸ ਦੇ ਮੂਲ ਭਾਵ ਤੋਂ ਸਮਝੋ। ਕਦੀ-ਕਦੀ ਤੁਸੀਂ ਉਲਝਣ ਵਿੱਚ ਪੈ ਜਾਓਗੇ, ਪਰ ਅਕਸਰ ਤੁਸੀਂ ਹਰੇਕ ਪ੍ਰਕਾਰ ਦੀਆਂ ਚੰਗੀਆਂ ਤੇ ਦਿਲਚਸਪ ਗੱਲਾਂ ਨੂੰ ਜਾਣੋਗੇ ਜੋ ਸ਼ਾਇਦ ਤੁਸੀਂ ਕਦੇ ਨਾ ਜਾਣ ਪਾਉਂਦੇ। ਇਹ ਕੋਸ਼ਿਸ਼ ਪੂਰੀ ਤਰ੍ਹਾਂ ਫਾਇਦੇਮੰਦ ਹੈ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਚੇਤਾਵਨੀ ਦੀਆਂ ਪੰਕਤੀਆਂ ਤੁਹਾਨੂੰ ਬੇਚੈਨ ਵੀ ਕਰਨਗੀਆਂ ਅਤੇ ਇਹ ਹੀ ਮੁੱਖ ਗੱਲ ਹੈ। ਇਹ ਤੁਹਾਨੂੰ ਡਰਾਉਣ ਲਈ ਨਹੀਂ ਹਨ, ਇਹ ਤੁਹਾਨੂੰ ਦਿਖਾਉਣ ਲਈ ਹੈ ਕਿ ਯਿਸੂ ਅਦਭੁਤ ਹੈ ਅਤੇ ਉਸ ਦਾ ਇਨਕਾਰ ਕਰਨਾ ਮੂਰਖਤਾ ਹੈ। ਇਹ ਚੇਤਾਵਨੀਆਂ ਇਸ ਪੱਤਰੀ ਦੇ ਵੱਡੇ ਉਦੇਸ਼ ਪੂਰੇ ਕਰਦੀਆਂ ਹਨ। ਉਹ ਇਹ ਦਿਖਾਉਂਦੀਆਂ ਹਨ ਕਿ ਯਿਸੂ ਹੀ ਪਰਮੇਸ਼ਵਰ ਦਾ ਪ੍ਰੇਮ ਅਤੇ ਦਇਆ ਦਾ ਸ੍ਰੇਸ਼ਟ ਪ੍ਰਕਾਸ਼ਨ ਹੈ ਅਤੇ ਇਬਰਾਨੀਆਂ ਦੀ ਪੱਤਰੀ ਇਸੇ ਸਭ ਦੇ ਬਾਰੇ ਹੈ।